बोले सोने हाल सासवी अकाल। ਇਹ ਤਾਨੂੰ ਮਾਇਆ ਪਾਹਿਆ ਪਿਆਰੇ, ਇਹ ਤਾਨੂੰ ਮਾਇਆ ਪਾਹਿਆ ਪਿਆਰੇ। ਲੀਤੜਾ ਲੱਭ ਰੰਗਾਏ, ਮੇਰਾ ਕੰਤ ਨ ਭਾਵੈ ਚੂਲੜਾ ਪਿਆਰੇ। ਕਿਉ ਤਾਨੂੰ ਸੀਜੈ ਜਾਏ, ਹੋਂ ਕੁਰਬਾਨੈ ਜਾਉ ਮਿਹਰਬਾਨਾ। ਹੋਂ ਕੁਰਬਾਨੈ ਜਾਉ, ਹੋਂ ਕੁਰਬਾਨੈ ਜਾਉ ਤਿਨਾ ਕੈ। ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ। ਹੋਂ ਸਤਿਗੁਰੂ ਬਣੈ ਜਾਉ। ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ, जिन के चोले रतड़े प्यारे। कंत तिना कै पास, तोड़ तिना की जे मेरा जी। कहो नानक की अरदास, आपे साजे आपे रंगे, आपे नदर करे। नानक कामण कंतै भावै, आपे ही रावे। सतगुरां दे पावन चरनां विच मेहरां दे साईं सरबंसदानी पातशाह धन श्री गुरु गोबिंद सिंह साहब, उन्हां दे इस चरण छोह अस्थान ते जुगो जुग अटल सतगुरु धन धन श्री गुरु ग्रंथ साहिब के पावन चरणों में बड़े प्यार नाल एकाग्र चित हो के जुड़ बैठे मानयोग सत्संगियो। सबना नूं जी आया। असीं किड्डे खुशकिस्मत हाँ, अज उन्हां गलियां दे विचों सानूं लंघण दा मौका बनिया, जिन्हां गलियां दे विच गुरु पातशाह महाराज कदी आप गुजरिया करते सन। उन्हां गलियां दे विचों साडे नौजवान बच्चिआं नूं लंघण दा मौका बनिया, जिन्हां गलियां दे विचों बाबा अजीत सिंह बाबा जुझार सिंह होई गुजरिया करते सन। निक्के निक्के बच्चे इत्थे मैं दौड़ते देखे। मैनू बाबा फतेह सिंह बाबा जोरावर सिंह चेते आ गए। कभी वो भी इवें इत्थे खेडते सन, टहलते सन, मौज माणते सन। कितने खुशकिस्मत सी। चंगे भाग ने उन्हां सज्जनां दे, उन्हां गुरमुखां दे, भावें पंजाब दे पिंडां दे विचों ते भावें प्रदेशां दे विचों बड़ा यतन करके बड़े चाह दे नाल जिहड़े भी आन पुजे हो, आन जुड़े हो, एकाग्रचित हो के मानयोग प्रिंसीपल साहब महान विद्वान साहबजादा बाबा जुझार सिंह जी गुरमत कॉलेज चौंता वाले, उन्हां दे पासों बहुत खूबसूरत लैक्चर सरवण किया, विख्यान सरवण किया। मानयोग जी दर्शा रहे सन, जिस वे ज्ञान की आंधी आती है सब है उडानी भ्रम की टाटी। तो मैं प्रतीत कर रहा सा भी असल में ज्ञान की आंधी लिया रहे हैं मानयोग प्रिंसीपल साहब। जितनी तेजी के नाल, जितनी वेग के नाल ज्ञान की गल कर रहे सन लगातार, कमाल से मैं एप्रीशिएट करदा और सानू माण है इन्हां ते।
ਜਿਵੇਂ ਇਹਨਾਂ ਦੱਸਿਆ ਕਿਤਨੇ ਸਾਰੇ ਵਿਦਿਆਰਥੀ ਇਸ ਵੇਲੇ ਕਥਾ ਦੇ ਪਿੜ ਵਿੱਚ ਆ ਕੇ ਸੇਵਾ ਨਿਭਾ ਰਹੇ ਨੇ। ਗਿਆਨੀ ਪਿੰਦਰਪਾਲ ਸਿੰਘ ਜੀ, ਭਾਈ ਸਾਹਿਬ ਜੀ ਹੋਣੀ, ਭਾਈ ਅਮਰੀਕ ਸਿੰਘ ਜੀ, ਭਾਈ ਰਣਜੋਤ ਸਿੰਘ ਜੀ, ਤੇ ਹੋਰ ਕਿਤਨੇ ਸਾਰੇ, ਬਹੁਤ ਸਾਰੇ। ਕਿਤਨੇ ਵਰੇ ਹੋ ਗਏ ਲਗਾਤਾਰ ਇਸ ਕਾਲਜ ਨੂੰ ਚੱਲਦਿਆਂ ਹੋਇਆਂ ਤੇ ਇਹ ਸਾਰੀ ਸੇਵਾ ਕਰਦਿਆਂ ਹੋਇਆਂ। ਮੈਂ ਮਾਣਯੋਗ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਹੋਰਾਂ ਦਾ ਵੀ ਧੰਨਵਾਦ ਕਰਦਾ, ਜਿਨ੍ਹਾਂ ਨੇ ਪ੍ਰੋਗਰਾਮ ਇਸ ਢੰਗ ਦਾ ਉਲੀਕਿਆ, ਗੁਰੂ ਕੀਆਂ ਸੰਗਤਾਂ ਨੂੰ, ਸਿੱਖਾਂ ਨੂੰ ਦਰਸ਼ਨ ਕਰਵਾਏ ਐਸੇ ਵਿਦਵਾਨਾਂ ਦੇ। ਸੰਗਤ ਜੀਓ, ਮਾਣਯੋਗ ਜੀ ਨੇ ਬੜੇ ਵਿਸਥਾਰ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਤੇ ਦਸਮ ਪਾਤਸ਼ਾਹ ਜੀ ਤੱਕ ਜਿਹੜਾ ਲਗਾਤਾਰ ਦਾ ਉਥਾਨ ਸੀ ਨਾ, ਲਗਾਤਾਰ ਦੀ ਚੜ੍ਹਤ ਸੀ, ਜਿਹੜੀ ਲਗਾਤਾਰ ਦਾ ਜਿਹੜਾ ਵਾਧਾ ਸੀ, ਉਸ ਦਾ ਜ਼ਿਕਰ ਕੀਤਾ। ਔਰ ਅਖੀਰ ਇੱਥੇ ਆ ਕੇ ਰੁਕੇ ਕਿ ਸਤਿਗੁਰੂ ਮਹਾਰਾਜ ਨੇ 1756 ਬਿਕਰਮੀ ਅਥਵਾ 1699 ਸਾਲ ਦੇ ਵਿਸਾਖੀ ਤੇ ਖਾਲਸਾ ਸਜਾਇਆ। ਔਰ ਖਾਲਸੇ ਨੂੰ ਸ਼ਾਸਤਰ ਦੇ ਨਾਲ ਨਾਲ ਸ਼ਸਤਰ ਦਾ ਧਾਰਨੀ ਬਣਾ ਦਿੱਤਾ। ਮੇਰੇ ਧਿਆਨ ਵਿੱਚ ਆਇਆ ਕਿ ਕੁਝ ਮਿੰਟਸ ਜਿਹੜੇ ਮੈਨੂੰ ਮਿਲੇ ਨੇ, ਉਹਨਾਂ ਮਿੰਟਸ ਦੇ ਵਿੱਚ ਉਸ ਸਮੇਂ ਦੇ ਦੌਰਾਨ ਜਿੱਥੇ ਮਾਣਯੋਗ ਪ੍ਰਿੰਸੀਪਲ ਸਾਹਿਬ ਆ ਕੇ ਰੁਕੇ ਨੇ, ਵਿਚਾਰਾਂ ਨੂੰ ਸੰਕੋਚਿਆ ਹੈ, ਉਸ ਤੋਂ ਅੱਗੇ ਆਪਾਂ ਫਰਦਰ ਵਿਚਾਰਾਂ ਕਰ ਲਈਏ। ਲੇਕਿਨ ਵਿਚਾਰਾਂ ਆਰੰਭਣ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਸਾਡਾ ਇੱਕ ਸੁੰਦਰ ਕਰਤੱਵ ਹੈ, ਸਾਡੀ ਮਰਿਆਦਾ ਹੈ ਗੁਰੂ ਦਰਬਾਰ ਦੀ। ਜਿਸ ਵੇਲੇ ਵੀ ਅਸੀਂ ਮਿਲਦੇ ਹਾਂ, ਸੰਬੋਧਿਤ ਹੁੰਦੇ ਹਾਂ, ਅਸੀਂ ਪਿਆਰ ਦੇ ਨਾਲ ਸਾਰੇ ਮਿਲ ਕੇ ਗੱਜ ਕੇ ਫਤਿਹ ਬੁਲਾਇਆ ਕਰਦੇ ਹਾਂ। ਔਰ ਮੈਂ ਚਾਹੁੰਦਾ ਹਾਂ ਤੁਹਾਡੀ ਸਾਰਿਆਂ ਦੀ ਹਾਜ਼ਰੀ ਤਾਂ ਲੱਗ ਗਈ, ਜਿਹੜੇ ਚਾਓ ਚਾਈ ਬੜੇ ਪਿਆਰ ਦੇ ਨਾਲ ਹੁਮ ਹੁਮਾ ਕੇ ਆਏ ਹੋ ਤੇ ਬੈਠੇ ਹੋ, ਸਰਵਣ ਕਰ ਰਹੇ ਹੋ। ਮੈਂ ਚਾਹਾਂਗਾ ਮੇਰੇ ਵਰਗੇ ਪਰਦੇਸੀ ਆਪਣੇ ਸੇਵਾਦਾਰ ਦੀ ਹਾਜ਼ਰੀ ਵੀ ਪ੍ਰਵਾਨ ਕਰੋ ਤੇ ਆਪਾਂ ਗੱਜ ਕੇ ਫਤਿਹ ਬੁਲਾਈਏ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਤੁਸੀਂ ਖੜੋਤੇ ਹੋਏ ਦਰਸ਼ਨ ਕਰਨ ਵਾਸਤੇ ਆ ਰਹੇ ਹੋ, ਮੈਂ ਤੁਹਾਨੂੰ ਸਾਰਿਆਂ ਨੂੰ ਵੀ ਬੇਨਤੀ ਕਰਾਂਗਾ, ਜੀ ਆਇਆਂ ਸਭਨਾਂ ਨੂੰ। ਕੁਛ ਹੋਰ ਨਾ ਕਰੋ, ਧਿਆਨ ਕਰੋ ਜੋ ਵਿਚਾਰਾਂ ਚੱਲ ਰਹੀਆਂ ਨੇ, ਤੇ ਆ ਤੁਸੀਂ ਵੀ ਹਾਜ਼ਰੀਆਂ ਲਵਾਓ, ਗੱਜ ਕੇ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਪ੍ਰਿੰਸੀਪਲ ਸਾਹਿਬ ਜੀ ਇਜਾਜ਼ਤ ਦਿਓ, ਮੈਂ ਥੋੜਾ ਜਿਹਾ ਨਾ ਆਪ ਜੀ ਦੇ ਸ਼ਬਦ ਨਾਲੋਂ ਵੱਖ ਇੱਕ ਸ਼ਬਦ ਮੈਂ ਵਰਤਣਾ ਚਾਹੁੰਦਾ। ਵੱਖ ਇਸ ਲਈ ਮੈਂ ਵਰਤਣਾ ਚਾਹੁੰਦਾ, ਲੰਬੇ ਅਰਸੇ ਦੀ ਗੱਲ ਹੈ। ਮੇਰਾ ਖਿਆਲ ਹੈ ਅੰਦਾਜ਼ਨ 1979 ਦਾ ਸਾਲ ਹੋ ਜਾਏਗਾ, ਜਦੋਂ ਜਥੇਦਾਰ ਸਾਧੂ ਸਿੰਘ ਜੀ ਭੌਰਾ ਰਿਟਾਇਰ ਹੋਏ ਜਲੰਧਰ ਆ ਕੇ ਆਪਣੀ ਕੋਠੀ ਠਹਿਰੇ ਹੋਏ ਸਨ। ਉਹਨਾਂ ਨੂੰ ਅਧਰੰਗਜੈ ਦਾ ਅਟੈਕ ਹੋਇਆ ਤੇ ਅਸੀਂ ਮਿਲਣ ਵਾਸਤੇ ਗਏ ਤੇ ਬੈਠਿਆਂ ਹੋਇਆਂ ਉਹਨਾਂ ਨੇ ਗੱਲ ਕੀਤੀ। ਤੇ ਗੱਲ ਕਰਦਿਆਂ ਹੋਇਆਂ ਨਾ, ਹੁਣ ਵਿਦਵਾਨ ਬੜੇ ਸਨ, ਬੜੇ ਤਕੜੇ ਪ੍ਰਚਾਰਕ ਸਨ, ਬੜੀ ਸੇਵਾ ਉਹਨਾਂ ਨੇ ਨਿਭਾਈ। ਉਹ ਕਹਿਣ ਲੱਗੇ, ਕਹਿੰਦੇ ਨੇ ਗੱਲ ਇਹ ਹੈ ਕਿ ਸਤਿਗੁਰੂ ਮਹਾਰਾਜ ਨੇ ਨਾ ਕੀਤੋ ਸੋ ਆਪਣਾ ਪੰਥ ਨਿਰਾਲਾ, ਤੇ ਨਿਰਾਲੇ ਪੰਥ ਦੀ ਬਾਤ ਜਿਹੜੀ ਹੈ ਨਾ, ਇਹ ਇੱਕਦਮ ਤਾਂ ਨਿਰਾਲੀ ਹੋ ਨਹੀਂ ਸਕਦੀ ਸੀ। ਬੁਨਿਆਦੀ ਤੌਰ ਤੇ ਨਿਰਾਲਾ ਹੋ ਸਕਦਾ ਸੀ ਨਾ, ਬਾਕੀ ਤਾਂ ਜੋ ਡਿਵੈਲਪਮੈਂਟ ਜਿਸ ਨੂੰ ਕਿਹਾ ਜਾ ਸਕਦਾ ਹੈ, ਵਾਧਾ ਕਿਹਾ ਜਾ ਸਕਦਾ ਹੈ, ਤਾਂ ਫਿਰ ਸਮੇਂ ਨਾਲ ਹੀ ਹੋਣਾ ਸੀ ਨਾ। ਮੈਨੂੰ ਕਹਿਣ ਲੱਗੇ, ਪੁੱਤਰ ਇਸ ਗੱਲ ਦਾ ਧਿਆਨ ਰੱਖਿਓ ਜੇ, ਜਦੋਂ ਤੁਸੀਂ ਨਾ ਬਚਨ ਕੋਈ ਕਰੋ ਤੇ ਕੋਸ਼ਿਸ਼ ਕਰੋ ਤੁਹਾਡੀ ਸ਼ਬਦਾਵਲੀ ਸਿੱਖ ਸ਼ਬਦਾਵਲੀ ਹੋਵੇ। ਪ੍ਰਿੰਸੀਪਲ ਸ਼ਬਦ ਸਾਹਿਬ ਸ਼ਬਦ ਵਰਤ ਰਹੇ ਸਨ, ਸ਼ਾਸਤਰ ਤੇ ਸ਼ਸਤਰ। ਆਮ ਪ੍ਰਚਲਿਤ ਹੈ
ਔਰ ਮੈਂ ਇਸ ਨੂੰ ਸਮਝਦਾ, ਸ਼ਾਸਤਰ ਤੋਂ ਭਾਵ ਹੈ ਧਰਮ ਗ੍ਰੰਥ, ਤੇ ਸ਼ਸਤਰ ਤੋਂ ਭਾਵ ਕੀ ਹੈ? ਹਥਿਆਰ। ਅਸੀਂ ਸਾਰੇ, ਪਰ ਮੈਂ ਇਸ ਨੂੰ ਥੋੜਾ ਜਿਹਾ ਹੋਰ ਨੇੜੇ ਲਿਆਉਣਾ ਚਾਹੁੰਦਾ। ਸਤਿਗੁਰੂ ਮਹਾਰਾਜ ਨੇ ਸਾਨੂੰ ਸਿੱਧੇ ਤੌਰ ਤੇ ਸ਼ਬਦ ਦੇ ਲੜ ਲਗਾਇਆ, ਸਾਨੂੰ ਸ਼ਬਦ ਦੇ ਵਾਰਸ ਬਣਾਇਆ ਹੈ। ਲਹਿਣਾ ਜੀ ਦੀ ਝੋਲੀ ਵਿੱਚ ਸ਼ਬਦ ਪਾਇਆ, ਸ਼ਬਦ ਕਾ ਖਜ਼ਾਨਾ ਅੰਗਦ ਕੇ ਹਵਾਲੇ ਕੀਆ। ਹਾਂਜੀ, ਔਰ ਅੱਗੇ ਗੁਰੂ ਕੇ ਸਿੱਖ ਜਿਹੜੇ ਨੇ ਲਗਾਤਾਰ ਸ਼ਬਦ ਦੇ ਧਾਰਨੀ ਹੁੰਦੇ ਚਲੇ ਆਏ, ਤੇ 1699 ਵਿੱਚ ਪਾਤਸ਼ਾਹ ਜੀ ਨੇ ਗਾਤਰੇ ਸ਼ਸਤਰ ਪਾ ਦਿੱਤਾ। ਭਾਵਨਾ ਤੁਹਾਡੇ ਵਾਲੀ ਹੈ, ਬਿਲਕੁਲ ਸਾਰੀ ਉਹੀ ਹੈ, ਲੇਕਿਨ ਮੈਂ ਤਰਜੀਹ ਦਿੰਦਾ ਇਸ ਗੱਲ ਨੂੰ ਕਿ ਸਾਨੂੰ ਸ਼ਬਦ ਅਤੇ ਸ਼ਸਤਰ ਸ਼ਬਦ ਦੀ ਵਰਤੋਂ ਕਰਨੀ ਚਾਹੀਦੀ ਹੈ। ਐਂ ਕਰ ਲਿਆ ਜਾਵੇ ਜਾਂ ਮੈਨੂੰ ਕਰਨ ਦੀ ਆਗਿਆ ਦੇ ਦਿਆ ਜੀ ਤੁਸੀਂ। ਸੰਗਤ ਜੀ, ਗਾਤਰੇ ਸ਼ਸਤਰ ਪਾਇਆ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ। ਫਸਟ ਟਾਈਮ ਨਹੀਂ ਸੀ, ਇਹ ਪਹਿਲਾ ਮੌਕਾ ਨਹੀਂ ਸੀ। ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੂੰ ਅਸੀਂ ਮੀਰੀ ਪੀਰੀ ਦੇ ਮਾਲਕ ਆਖਦੇ ਹਾਂ, ਉਹਨਾਂ ਨੇ 4 ਜੰਗਾਂ ਲੜੀਆਂ ਨਾ। ਕਾਹਦੇ ਨਾਲ ਲੜੀਆਂ? ਸ਼ਸਤਰਾਂ ਨਾਲ ਹੀ ਲੜੀਆਂ ਨਾ। ਬਣਾਈ ਹੋਈ ਲੱਕੜ ਦੀ ਤੋਪ ਵੀ ਅਜੇ ਉਹਨਾਂ ਦੇ ਯਾਦਗਾਰੀ ਪਈ ਹੋਈ ਹੈ, ਸੰਭਾਲ ਕੇ ਰੱਖੀ ਹੋਈ ਹੈ ਲੋਹਗੜ੍ਹ ਦੇ ਵਿੱਚ। ਤੇ ਗੁਰੂ ਕੇ ਸਿੱਖਾਂ ਨੇ ਕੀ ਵਰਤਿਆ? ਸ਼ਸਤਰ ਨਹੀਂ ਵਰਤੇ, ਸ਼ਸਤਰ ਹੀ ਵਰਤੇ। ਫਿਰ ਜਿਨ੍ਹਾਂ ਦਾ ਹਵਾਲਾ ਮਾਨਯੋਗ ਜੀ ਦੇ ਰਹੇ ਸਨ ਪ੍ਰਿੰਸੀਪਲ ਸਾਹਿਬ, ਕਿ ਗੁਰੂ ਹਰਿਰਾਏ ਸਾਹਿਬ ਨੇ ਮਦਦ ਕੀਤੀ ਦਾਰਾ ਸ਼ਕੋਹ ਦੀ 2200 ਘੋੜ ਸਵਾਰਾਂ ਦੇ ਨਾਲ, ਹਥਿਆਰਬੰਦ ਦੇ ਨਾਲ। ਹੁਣ ਅਚਾਨਕ ਤਾਂ ਨਹੀਂ ਇਕੱਠੇ ਕੀਤੇ ਜਾ ਸਕਦੇ ਹੁੰਦੇ ਨਾ। ਸਾਡੇ ਵਿਦਵਾਨ ਇਹ ਗੱਲ ਲੱਭਦੇ ਨੇ, ਹਕੀਕਤ ਇਹ ਹੈ ਕਿ ਸਾਰੀ ਸੰਗਤ ਹੀ, ਸਾਰੇ ਗੁਰੂ ਕੇ ਸਿੱਖ ਹੀ ਸ਼ਸਤਰਧਾਰੀ ਹੋਇਆ ਕਰਦੇ ਸਨ, ਸਾਰੇ ਹੀ। ਇਹ ਬੇਧਿਆਨੀ ਕਰਕੇ ਨਾ ਅਸੀਂ ਗੱਲਾਂ ਜਿਹੜੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਸਾਡੇ ਹੱਥਾਂ ਚੋਂ ਨਿਕਲ ਗਈਆਂ ਬੇਧਿਆਨੀ ਕਰਕੇ। ਇਹ 2200 ਉਹ ਨਹੀਂ ਸਨ ਜਦੋਂ ਸਤਿਗੁਰੂ ਮਹਾਰਾਜ ਨੇ ਗੁਰਿਆਈ ਧਾਰਨ ਕੀਤੀ 1644 ਦੇ ਵਿੱਚ, ਤੇ ਉਹੀ 2200 ਅਗਲੇ 17 ਸਾਲ ਰਹੇ। ਉਹ ਨਹੀਂ ਸਨ। ਸਾਰੇ ਸਿੱਖ ਹੀ ਤਿਆਰ ਬਰਤਿਆਰ ਸਨ, ਸਾਰੇ ਸਿੱਖ ਹੀ ਘੋੜ ਸਵਾਰੀ ਕਰਿਆ ਕਰਦੇ ਸਨ। ਔਰ ਇਹ ਸਿੱਖ ਤਨਖਾਹਦਾਰ ਮੁਲਾਜ਼ਮ ਨਹੀਂ ਸਨ। ਇਹ ਸਿਰਲੱਥ ਸੂਰਮੇ ਜਿਹਨੂੰ ਆਖਿਆ ਜਾਂਦਾ ਹੈ, ਗੁਰੂ ਕੇ ਪਿਆਰ ਵਾਲੇ, ਉਹ ਸਨ ਸਾਰੇ। 2200 ਸੂਰਮੇ ਨੂੰ ਨਾਲ ਲਿਆ ਤੇ ਜਾ ਕੇ ਉੱਥੇ ਸਤਲੁਜ ਦੇ ਪੱਤਨ ਤੇ ਖੜੋ ਗਏ। ਤੇ ਉਧਰ ਆਪਣੇ ਚੌਧਰੀ ਲੰਗਾਹਾ ਦੇ ਪੁੱਤਰ ਨੂੰ ਆਖਿਆ, ਸਿਕੰਦਰ ਨੂੰ, ਜਿਸ ਦਾ ਨਾਮ ਸੀ ਸਿਕੰਦਰ, ਅਸੀਂ ਸਤਲੁਜ ਪਾਰ ਕਰਕੇ ਚੱਲੇ ਆ, ਤੇ ਜਿਸਲੇ ਪਾਰ ਕਰਕੇ ਲੰਘ ਆਈਏ ਤੇ ਤੂੰ ਇਸ ਕੰਢੇ ਤੇ ਆ ਕੇ ਸਾਰੀਆਂ ਬੇੜੀਆਂ ਰੋਕ ਲੈਣੀਆਂ ਨੇ, ਤਾਂ ਕਿ ਪਿੱਛੋਂ ਲੰਘਣ ਵਾਲਾ ਜਿਹੜਾ ਔਰੰਗਜ਼ੇਬ ਹੈ, ਨਾ ਬੇੜੀਆਂ ਹੋਣਗੀਆਂ, ਨਾ ਉਹ ਦਰਿਆ ਕ੍ਰਾਸ ਕਰ ਸਕੇਗਾ, ਤੇ ਕੁਝ ਵਕਫਾ ਮਿਲ ਜਾਏਗਾ, ਸਮਾਂ ਬਣ ਜਾਏਗਾ, ਦਾਰਾ ਸ਼ਕੋਹ ਅੱਗੇ ਲੰਘ ਜਾਵੇਗਾ, ਸ਼ਾਇਦ ਜਿੱਤ ਜਾਵੇ ਕਦੀ, ਸ਼ਾਇਦ ਬਚ ਜਾਵੇ ਕਦੀ। ਚਲੋ, ਇਹ ਦੂਜੀ ਗੱਲ ਹੈ ਕਿ ਛੇਤੀ ਉਹ ਸ਼ਾਹਦਰਾ ਦਾ ਪੱਤਨ ਲੰਘਦਾ ਹੋਇਆ ਪਕੜਿਆ ਗਿਆ ਤੇ ਫਿਰ ਅਖੀਰ ਤੇ ਮਾਰਿਆ ਗਿਆ। ਗੁਰੂ ਕੇ ਸਿੱਖ ਸ਼ਸਤਰਧਾਰੀ ਹੋਇਆ ਕਰਦੇ ਸਨ। 8ਵੇਂ ਪਾਤਸ਼ਾਹ ਮਹਾਰਾਜ ਜਦੋਂ ਦਿੱਲੀ ਗਏ ਨੇ, ਫਿਰ ਦੇਖਣਾ ਗੰਭੀਰਤਾ ਦੇ ਨਾਲ, ਉਹ ਪਿਤਾ ਗੁਰੂ ਵਾਲੀ ਪਰੰਪਰਾ ਤਿਆਗੀ ਨਹੀਂ ਗਈ ਵੀ ਤਿਆਗ ਦਿੱਤੀ ਸੀ। ਦਿੱਲੀ ਅਜੇ ਵੀ ਨਿਸ਼ਾਨ ਮਿਲਦੇ ਨੇ। 8ਵੇਂ ਪਾਤਸ਼ਾਹ ਮਹਾਰਾਜ ਗਏ ਤੇ ਨਾਲ ਹਥਿਆਰਬੰਦ ਫੌਜ ਸੀ, ਸਿੰਘ ਸਨ, ਸਾਰੇ ਸਿੱਖ ਸਨ। ਸ਼ਬਦ ਉਸ ਲਈ ਸਿੱਖ ਵਰਤਿਆ ਜਾਂਦਾ ਸੀ। ਮੇਰਾ ਕਹਿਣ ਤੋਂ ਕੀ ਭਾਵ ਹੈ, ਔਰ 9ਵੇਂ ਪਾਤਸ਼ਾਹ ਜਿਨ੍ਹਾਂ ਦਾ ਨਾਮ ਹੀ ਤੇਗ ਬਹਾਦਰ ਰੱਖਿਆ ਗਿਆ, ਸਾਖੀਕਾਰ ਕਹਿੰਦੇ ਨੇ ਇਹਨਾਂ ਦਾ ਮੁੱਢਲਾ ਨਾਮ ਸੀ ਤਿਆਗ ਮੱਲ, ਲੇਕਿਨ ਇੰਨੀ ਸ਼ੂਰਬੀਰਤਾ ਨਾਲ ਤੇਗ ਵਾਹੀ ਉਹਨਾਂ ਨੇ ਕਰਤਾਰਪੁਰ ਦੇ ਜੰਗ ਦੇ ਵਿੱਚ ਕਿ ਸਤਿਕਾਰਯੋਗ ਪਿਤਾ ਜੀ ਨੇ ਉਹਨਾਂ ਦਾ ਨਾਮ ਤੇਗ ਬਹਾਦਰ ਰੱਖਿਆ। ਕੀ ਉਹ ਕਲਗੀ ਨਹੀਂ ਲਗਾਇਆ ਕਰਦੇ ਸਨ? ਉਹ ਸ਼ਸਤਰਧਾਰੀ ਨਹੀਂ ਹੋਇਆ ਕਰਦੇ ਸਨ? ਐਸਾ ਸੀ ਸਾਰਾ ਕੁਛ। ਮੈਂ ਕੀ ਕਹਿਣਾ ਚਾਹੁੰਦਾ, ਇੱਕ ਨਾ ਜੇ ਮੈਂ ਆਖਾਂ ਵੀ ਐਵੇਂ ਜਿਹੀ ਪਰੰਪਰਾ ਸਾਡੇ ਵਿੱਚ ਪ੍ਰਚਲਿਤ ਹੈਗੀ, ਐਵੇਂ ਜਿਹੀ, ਤੁਸੀਂ ਕਹੋਗੇ ਮੈਂ ਕਿਉਂ ਵਰਤ ਰਿਹਾ ਸ਼ਬਦ, ਤੇ ਕਿਹੜੀ ਪਰੰਪਰਾ ਦੀ ਮੈਂ ਗੱਲ ਕਰਨ ਲੱਗਾ?
1699 ਵਾਲੀ ਵਿਸਾਖੀ ਤੇ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕੋਈ ਹੈ ਸਿੱਖ ਬੇਟਾ ਜੋ ਕਰੇ ਸੀਸ ਭੇਟਾ ਅਨੇਕ ਸੀਸ ਚਾਹੀਏ ਜਰਾ ਜਲਦ ਜਲਦ ਆਈਏ। ਹਾਂਜੀ, ਇੱਕ ਵਾਰੀ ਆਖਿਆ, ਦੂਜੀ ਵਾਰੀ ਆਖਿਆ, ਤੀਜੀ ਵਾਰੀ ਆਖਿਆ ਤੇ ਭਾਈ ਦਇਆ ਰਾਮ ਜੀ ਆਏ। ਮੈਂ ਸਾਹਮਣੇ ਬੈਠ ਕੇ ਭਾਈ ਦਇਆ ਸਿੰਘ ਦਿਲਬਰ ਹੋਰਾਂ ਦੇ ਪਾਸੋਂ ਪ੍ਰਸੰਗ ਸੁਣਿਆ। ਮੈਨੂੰ ਯਾਦ ਹੈ ਉਹਨਾਂ ਨੇ ਵੀ ਇਹ ਗੱਲ ਆਖੀ ਜਿਹੜੀ ਮੈਂ ਤੁਹਾਡੇ ਧਿਆਨ ਵਿੱਚ ਲਿਆਉਣੀ ਚਾਹੁੰਦਾ ਬਈ ਉਸ ਵੇਲੇ ਨਾ ਜਦੋਂ ਸਤਿਗੁਰਾਂ ਨੇ ਆਖਿਆ ਵੀ ਹੁਣ ਕਾਰਜ ਪਰਿਓ ਆਏ ਇਸ ਕਾਲਾ ਪੁਰਵੇ ਸਿਰ ਦੇ ਅਬੈ ਵਿਸਾਲਾ, ਬਈ ਹੁਣ ਐਸਾ ਕਾਰਜ ਆਣ ਬਣਿਆ ਵੀ ਉਹ ਦਇਆ ਰਾਮਾ ਸਿਰ ਦਿੱਤੀਆਂ ਹੀ ਸਿਰੇ ਚੜਨ ਵਾਲਾ ਹੈ। ਤੇ ਫਿਰ ਦਇਆ ਰਾਮ ਹੱਥ ਜੋੜ ਕੇ ਆਖਦਾ ਮਹਾਰਾਜ ਸਿਰ ਦੇਣ ਤੋਂ ਕੀ ਭਾਵ ਹੈ? ਕਹਿਣ ਲੱਗੇ ਮੈਦਾਨੀ ਜੰਗ ਵਿੱਚ ਜੂਝਣ ਦਾ ਸਮਾਂ ਆ ਗਿਆ ਹੈ। ਤੇ ਦਇਆ ਰਾਮ ਜੀ ਆਖਦੇ ਨੇ ਕਾਮ ਹਮਾਰਾ ਤੋਲਨੇ ਤਕੜੀ। ਹਾਂਜੀ, नंगी कर्द कभी नहीं पकड़ी, चिड़ी उड़े डर से मर जाऊं, मुगलों से कैसे टकराऊं, आयों भाई दया राम जी ने आख्या। मेरे उस्ताद जी सन ਗਿਆਨੀ ਕਸ਼ਮੀਰ ਸਿੰਘ ਜੀ ਕਬਰ ਫਿਰੋਜ਼ਪੁਰ ਦੇ ਵਿੱਚ ਨਾ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਸਨ। ਤੇ ਪਹਿਲਾ ਲੈਕਚਰ ਉਹਨਾਂ ਨੇ ਮੈਨੂੰ ਲਿਖਾਇਆ ਜਿਹੜਾ ਮੈਂ ਗੁਰਦੁਆਰਾ ਬਜੀਤਪੁਰ ਸਾਹਿਬ ਮੱਸਿਆ ਤੇ ਮੈਨੂੰ ਲੈ ਕੇ ਗਏ, ਦੀਵਾਨ ਹੋਇਆ ਕਰਦਾ ਸੀ ਤੇ ਮੈਂ ਬੋਲਿਆ। ਉਹਨਾਂ ਨੇ ਵੀ ਇਹ ਕੋਟੇਸ਼ਨ ਜਿਹੜੀ ਸੀ ਨਾ ਇਹ ਵਿੱਚ ਪਾਈ ਸੀ। ਸਮਾਂ ਲੰਘਿਆ, ਮੈਂ ਅਹਿਸਾਸ ਕੀਤਾ ਜਿਸ ਵੇਲੇ ਸਿੱਖ ਇਤਿਹਾਸ ਦਾ ਮੁਤਾਲਿਆ ਕੀਤਾ ਮੇਰੇ ਸਾਹਮਣੇ ਗੱਲ ਆਈ ਕਿ ਕੀ ਭਾਈ ਦਇਆ ਰਾਮ ਪਹਿਲੇ ਦਿਨ ਗੁਰੂ ਦਰਬਾਰ ਵਿੱਚ ਇੱਥੇ ਆਏ ਸਨ। ਧਿਆਨ ਕਰੋ ਹਾਂ ਪੜੋ। ਭਾਈ ਧਰਮਚੰਦ ਜੀ ਫਸਟ ਟਾਈਮ ਗੁਰੂ ਦਰਬਾਰ ਵਿੱਚ ਇੱਥੇ ਆਏ ਸਨ। ਸਾਹਿਬ ਚੰਦ ਜੀ, ਹਿੰਮਤ ਰਾਏ ਜੀ, ਮੋਕਮ ਚੰਦ ਜੀ ਇਹ ਪਹਿਲੇ ਦਿਨ ਆਨੰਦਪੁਰ ਸਾਹਿਬ ਇੱਥੇ ਆਏ ਸਨ। ਜਦੋਂ ਅਚਾਨਕ ਹੀ ਉਹਨਾਂ ਦਾ ਸਾਹਮਣਾ ਆਸਾ ਕੀ ਵਾਰ ਕੀਰਤਨ ਤੋਂ ਬਾਅਦ ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਦੀ ਚਮਕਦੀ ਹੋਈ ਲਿਸ਼ਕਦੀ ਹੋਈ ਤਲਵਾਰ ਦੇ ਨਾਲ ਪੈ ਗਿਆ। ਇਹ ਫਸਟ ਟਾਈਮ ਆਏ ਸਨ। ਇਤਿਹਾਸ ਕਹਿੰਦਾ ਨਹੀਂ, ਭਾਈ ਦਇਆ ਰਾਮ ਜੀ ਹੁਣੀ ਸਨ ਜਿਹੜੇ ਇਹ ਤਾਂ ਉਹਨਾਂ ਦੀ ਅੰਸ਼ ਵੰਸ਼ ਵਿੱਚੋਂ ਸਨ ਜਿਨ੍ਹਾਂ ਨੂੰ ਭਾਈ ਪਾਰੋ ਪਰਮਹੰਸ ਆਖਿਆ ਜਾਂਦਾ, ਤਾਂ ਉਹਨਾਂ ਦੀ ਅੰਸ਼ ਵੰਸ਼ ਵਿੱਚੋਂ ਸਨ। ਤੇ ਇੱਥੋਂ ਬਿਆਸ ਦੇ ਕੰਢੇ ਤੋਂ ਉੱਠ ਕੇ ਤੇ ਇਹਨਾਂ ਦਾ ਪਰਿਵਾਰ ਜਾ ਕੇ ਲਾਹੌਰ ਵਸਣ ਲੱਗ ਪਿਆ ਤੇ ਗੁਰੂ ਸਿੱਖੀ ਦੇ ਨਾਲ ਬੜੀ ਨਿਕਟਤਾ ਰੱਖਦੇ ਸਨ, ਬਾਣੀ ਦੇ ਅਭਿਆਸੀ ਸਨ। ਹੁਣ ਮੈਂ ਕਹਿਣਾ ਕੁਝ ਹੋਰ ਜਾਣ ਜਾ ਰਿਹਾ ਸਾਂ, ਸੋਚ ਰਿਹਾ ਸਾਂ ਮੈਂ, ਪਰ ਚਲੋ ਆਪਾਂ ਇਸੇ ਪ੍ਰਸੰਗ ਨੂੰ ਥੋੜਾ ਜਿਹਾ ਹੋਰ ਖੋਲ ਕੇ ਵਿਚਾਰ ਲਈਏ। ਜੇ ਕੋਈ ਵਿਅਕਤੀ ਨਵਾਂ ਹੋਵੇ, ਨਿਊ ਕਮਰ ਹੋਵੇ, ਗੁਰੂ ਦਰਬਾਰ ਵਿੱਚ ਮੱਥਾ ਟੇਕਣ ਦੇ ਵਾਸਤੇ ਆਇਆ ਹੋਵੇ, ਵਿਸਾਖੀ ਦਾ ਮੇਲਾ ਹੈ ਜੀ, ਮੇਲਾ ਹੈ ਜੀ, ਇੰਨੇ ਸਿੱਖ ਇਕੱਠੇ ਹੋਏ ਨੇ, ਚੱਲ ਯਾਰ ਮੈਂ ਵੀ ਤੇਰੇ ਨਾਲ ਚੱਲਦਾ। ਸਿੱਖ ਬੱਚਿਆਂ ਦੇ ਨਾਲ, ਸਿੱਖ ਮੁੰਡਿਆਂ ਦੇ ਨਾਲ ਯਾਰ ਬਣ ਕੇ ਆ ਗਏ ਵੀ ਮੈਂ ਵੀ ਚੱਲਦਾ, ਮੇਲੇ ਚੱਲਦਾ। ਥੋੜਾ ਜਿਹਾ ਵਿਚਾਰਿਓ ਜੀ, ਇੱਥੇ ਆਇਆ ਕਿਤੇ ਗੁਰੂ ਸਾਹਿਬ ਪਰਚਾ ਪਾ ਦੇਣ ਵੀ ਕਾਰਜ ਪਰਿਓ ਆਣ ਇਸ ਕਾਲਾ ਪੁਰਵੈ ਸਿਰ ਦੇ ਅਵੈ ਵਿਸਾਲਾ। ਉਹ ਕਾਰਜ ਤਦ ਪੂਰਾ ਹੋ ਸਕਦਾ ਹੈ ਜੇ ਕੋਈ ਸਿਰ ਦੇਵੇਗਾ, ਤੇ ਜਿਹੜਾ ਮੇਲਾ ਵੇਖਣ ਵਾਸਤੇ ਆਇਆ ਉਹ ਸਿਰ ਦੇਣ ਲਈ ਤਿਆਰ ਹੋ ਸਕਦਾ ਹੈ। ਹਾਂਜੀ, ਇਹ ਗੱਲ ਸੰਭਵ ਹੈ। ਕੋਈ ਮੋਹਕਮ ਚੰਦ ਜਿਹੜਾ ਫਸਟ ਟਾਈਮ ਆਇਆ ਹੋਵੇ ਗੁਰੂ ਦਰਬਾਰ ਦੇ ਵਿੱਚ ਸਿਰ ਦੇਣ ਲਈ ਤਿਆਰ ਹੋ ਸਕਦਾ ਹੈ? ਮੇਰੀ ਨਿਸ਼ਠਾ ਹੈ, ਮੈਨੂੰ ਖਿਮਾ ਕਰਿਓ ਜੀ, ਸਿਰ ਦੇਣ ਲਈ ਤਿਆਰ ਉਹ ਹੋਵੇਗਾ ਔਰ ਉਸ ਵੇਲੇ ਹੋਵੇਗਾ। ਖਾਸ ਤੌਰ ਤੇ ਰਣ ਭੂਮੀ ਨਹੀਂ ਹੈ, ਇਹ ਗੁਰੂ ਕਲਗੀਧਰ ਪਾਤਸ਼ਾਹ ਦੀ ਮੰਗ ਹੈ ਕਿ ਸਿੱਖ ਆਪਣਾ ਸੀਸ ਭੇਟ ਕਰੇ। ਹਾਂਜੀ, ਤੇ ਖੇਲ ਨਹੀਂ ਹੁੰਦਾ, ਇਹ ਕੇਵਲ ਉਹ ਹੀ ਦੇ ਸਕਦਾ ਹੈ ਜਿਹੜਾ ਪਿਆਰ ਨਾਲ ਪੜ੍ਹਦਾ ਹੋਵੇ। ਹੋਂ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ, ਹੋਂ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸੰਦੇਸਾ। ਕੋਈ ਕਰ ਸਕਦਾ ਹੈ ਜਿਹੜਾ ਸਮਝਦਾ ਹੈ ਕਿ ਮੱਥਾ ਟੇਕਣ ਦਾ ਮਹੱਤਵ ਕੀ ਹੈ। ਮੱਥਾ ਟੇਕਣਾ ਸਿਰ ਭੇਟ ਕਰਨਾ ਹੈ। ਮੱਥਾ ਟੇਕਣਾ ਇੱਕ ਫੈਸ਼ਨ ਨਹੀਂ ਹੈ, ਬਣ ਗਿਆ ਸਾਡਾ ਨਿੱਜ ਦਾ ਚੱਜ ਆਚਾਰ ਹੋ ਗਿਆ।
ਸਾਡੇ ਮਾਪਿਆਂ ਨੇ ਲਿਆ ਕੇ ਮੱਥਾ ਟਿਕਾਇਆ, ਅਸੀਂ ਬਿਨਾਂ ਸੋਚਿਆ ਸਮਝਿਆ ਆ ਕੇ ਉਦੋਂ ਤੋਂ ਲੈ ਕੇ ਐਂ ਕਹਿ ਲਓ ਕਿ ਜਮਾਂਦਰੂ ਹੀ ਅਸੀਂ ਮੱਥਾ ਟੇਕਦੇ ਤੁਰੇ ਆ ਰਹੇ ਹਾਂ। ਪਰ ਅਰਥ ਵਿਹੀਨ ਜਦੋਂ ਅਸੀਂ ਗੱਲ ਨੂੰ ਸਮਝੀਏ ਨਾ। ਚਲੋ ਇਸ ਤੋਂ ਅੱਗੇ ਚੱਲੀਏ ਆਪਾਂ। ਸੰਗਤ ਜੀ, ਇਹ 5 ਅੱਗੇ ਨਿਤਰੇ, 5 ਪ੍ਰਵਾਨ ਹੋਏ। 5 ਨੂੰ ਸਤਿਗੁਰੂ ਮਹਾਰਾਜ ਨੇ ਆਪਣੀ ਥਾਂ ਤੇ ਲਿਬਾਸ ਪਹਿਨਾਇਆ, ਆਪਣਾ ਲਿਬਾਸ ਪਹਿਨਾਇਆ। 5 ਨੂੰ ਰਹਿਤ ਬਹਿਤ ਦ੍ਰਿੜ ਕਰਵਾਈ। ਹਾਂਜੀ, ਅੰਮ੍ਰਿਤ ਛਕਾਇਆ ਤੇ ਰਹਿਤ ਬਹਿਤ ਦ੍ਰਿੜ ਕਰਵਾਈ, ਸਾਰਾ ਕੁਝ ਕੀਤਾ ਕਰਕੇ ਨਾ ਫਿਰ ਆਪਣੀ ਥਾਂ ਤੇ ਖੜਾ ਕੀਤਾ। ਖੜਾ ਕਰਕੇ ਤੇ ਉਹੀ ਖੰਡਾ ਜਿਸ ਖੰਡੇ ਦੇ ਤੁਸੀਂ ਅੱਜ ਅੰਮ੍ਰਿਤ ਵੇਲੇ ਦਰਸ਼ਨ ਕੀਤੇ ਨੇ, ਸ਼ਾਮ ਨੂੰ ਹੁਣ ਫਿਰ ਸ਼ਸਤਰਾਂ ਦੇ ਜਿਸਲੇ ਦਰਸ਼ਨ ਕਰਵਾਏ ਜਾਣਗੇ ਤੇ ਸਭ ਤੋਂ ਪਹਿਲਾਂ ਉਸ ਖੰਡੇ ਦੇ ਦਰਸ਼ਨ ਕਰਵਾਏ ਜਾਂਦੇ ਨੇ ਕਿ ਇਸ ਖੰਡੇ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਨੇ ਪ੍ਰੀਖਿਆ ਲਈ ਔਰ ਇਸ ਖੰਡੇ ਦੇ ਨਾਲ ਫਸਟ ਟਾਈਮ ਉਹਨਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਜਿਸ ਕਰਕੇ ਖੰਡਾ ਪੌਲ ਆਖਿਆ ਜਾਂਦਾ। ਖੰਡੇ ਕੀ ਪੌਲ ਆਖਿਆ ਜਾਂਦਾ। ਖੰਡਾ ਥਮਾਇਆ ਤੇ ਖੰਡਾ ਥਮਾ ਕੇ ਹੱਥ ਵਿੱਚ ਨਾ ਫਿਰ ਸਨਮੁਖ ਆ ਕੇ ਹੱਥ ਜੋੜ ਕੇ ਕਹਿਣ ਲੱਗੇ, जैसे श्री नानक जी अंगद को कीने हो, शंक ना करीजै, सावधान होए दीजै, मोहे अमृत छकावो जैसे तुम लीने हो, मोहे अमृत पिलावो जैसे तुम पीने। हाँ जी, मैनू भी अमृत छकाओ। उन्होंने अमृत छकाया। हुण जिस वेले उन्होंने अमृत छकाया, अमृत तैयार किवें कीता भला? किमें अमृत तैयार किया? देखो, मैं हथ जोड़ के आखदा, तुहाडे सबना दे सन्मुखे आखदा, सतगुरु महाराज के सच्चे पातशाह के चरणों में बैठ के भै भावनी नाल मैं आखदा, उस वेले मैं तो कोल नहीं हैगा सा ना, मैं देख रहा हूँ। तुहाडे विचों कोल कोई हैगा सी जिहड़ा देख रहा सी? लेकिन साडे इतिहास की जोरदार परंपरा है कि जिस वेले सतगुरु महाराज गुरु कलगीधर साहब जी ने ये इच्छा प्रगट की सानू भी अमृत छकाया जाए। उन्होंने निराले भेद सन, अमृत तैयार करने वाला, अमृत छकाउण वाला आप हाथ जोड़ के आखदा मैनू भी अमृत छकाया जाए। मर्यादा करनी है। अपनी थां ते खालसे ने गुरु बनाया है, तो फिर खालसे ने अमृत किवें तैयार किया भला? बाणियां पढ़ियां होणगियां ना कि नहीं? बिना बाणियां पढ़न तो अमृत का बाटा नहीं ना तैयार होना सी। फिर जप पढ़िया, जपजी साहब, फिर जाप साहब भी पढ़िया, सोहईये भी पढ़े। हाँ जी, बाकी बाणियां भी पढ़ियां। ते जे ये कदी गुरु घर पहला आए नहीं सन, ये फस्ट टाइम इत्थे आए मेला वेखण वास्ते विसाखी दा, ते सामना तलवार दे नाल हो गया, ते तुसी सोचदे हो भी इन्हां ने बाणियां फिर पढ़ियां ते किवें पढ़ियां होणगियां? हाथ विच गुटका फड़ के बाणी पढ़ी सी कि कोई वखरा सिख जिहड़ा सी बाणी वो पढ़ रहा सी ते ये खंडा हिला रहे सन? तो मर्यादा ये है नहीं। देखो, साडी जिहड़ी मर्यादा है अज दी भी ये इस पुरातन परंपरा ते टिकी हुई है। जिहड़ी पहले दिन गल हुई है इस विच उसदा कोई फर्क नहीं पाया गया अजे तक। हुण अगला सवाल गल नूं समझण वास्ते मैं तुहाडे नाल करन जा रहा। असल विच वाहिगुरू जी सुनो भाई, सुनो जरा, दो दीवान ना सजाओ, सुनो प्यार नाल। सतगुरु महाराज ने जिस वेले ये आखिया अमृत का बाटा तैयार किया, तो मैं पूर्ण निश्चय नाल आखदा, भाई दया सिंह जी ने, भाई धर्म सिंह जी ने, भाई मोहकम सिंह साहब ने, भाई हिम्मत सिंह होरां ने, भाई साहब सिंह होरां ने वारी 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 5 बाणियां का पाठ किया ना, और किया तो उन्होंने जुबानी याद सी, जुबानी याद सी। हुण तुसीं ध्यान करो, किसी ने जपजी साहब का पाठ याद करना हो तो किन्ने चिर विच याद किया जा सकता है?
ਕਿਸੇ ਨੇ ਜਾਪ ਸਾਹਿਬ ਦਾ ਪਾਠ ਯਾਦ ਕਰਨਾ ਹੋਵੇ ਤੇ ਕਿੰਨਾ ਚਿਰ ਲੱਗਦਾ ਯਾਦ ਕਰਨ ਵਾਸਤੇ? ਅਚਾਨਕ ਕਦੀ ਹੋ ਸਕੇਗਾ? ਅਚਾਨਕ ਨਹੀਂ ਕੁਛ ਹੋਇਆ। ਹੁਣ ਜਦੋਂ ਅਸੀਂ ਨਾ ਗੰਭੀਰਤਾ ਦੇ ਨਾਲ ਇਸ ਗੱਲ ਨੂੰ ਵਿਚਾਰਾਂਗੇ ਤੇ ਉਹ ਜਿਹੜੀ ਟ੍ਰੈਡੀਸ਼ਨਲ ਦੀ ਗੱਲ ਸਾਡੇ ਸਾਹਮਣੇ ਆਉਂਦੀ ਹੈ ਨਾ, ਵੀ ਦਇਆ ਰਾਮ ਜੀ ਨੇ ਆਖਿਆ ਵੀ काम हमारा तोले तकड़ी नंगी करद कभी नहीं पकड़ी चिड़ी उड़े डर से मर जाऊं मुगलों से कैसे टकराऊं। ਉਹ ਦਇਆ ਰਾਮ ਤਾਂ ਭੰਗਾਣੀ ਦੇ ਯੁੱਧ ਵਿੱਚ ਲੜਦਾ ਰਿਹਾ ਹੈ, ਉਹ ਦਇਆ ਰਾਮ ਤਾਂ ਨਦਾਉਣ ਦੇ ਯੁੱਧ ਵਿੱਚ ਲੜਿਆ ਹੈ। ਉਸ ਦਇਆ ਰਾਮ ਨੂੰ ਫਸਟ ਟਾਈਮ ਤਲਵਾਰ ਦਾ ਸਾਹਮਣਾ ਨਹੀਂ ਕਰਨਾ ਹੋਇਆ। ਜੇ ਥੋੜੀ ਬਹੁਤੀ ਝਿਜਕ ਵੀ ਹੋਈ ਹੈ ਤੇ ਸਾਡੇ ਵਿਚਾਰਵਣ ਕਹਿੰਦੇ ਨੇ ਉਹ ਇਸ ਲਈ ਝਿਜਕ ਰਿਹਾ ਸੀ ਕਿ ਮੈਂ ਸੀਸ ਤਾਂ ਆਪਣਾ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਭੇਟ ਕੀਤਾ ਹੋਇਆ ਹੈ। महाराज हुण फिर कहते ने आके अपना शीश भेंट करो। शीश तो मैं भेंट किया होया है, मेरे प्यारे सतगुरां नूं मेरा शीश चाहिए, मैं अर्पण करदा। मैं तो ये सोच रहा कि जिहड़ी पहलां भेंटा की हुई है वो तो मैं अर्पण करनी ही करनी है, उहदे नाल कुछ होर भी होना चाहिए सी। मैं सोचता रहा। और फिर जब सतगुरु महाराज ने ਅੰਮ੍ਰਿਤਪਾਨ ਕੀਤਾ, ਨਾਮ ਗੋਬਿੰਦ ਰਾਏ ਜਾਂ ਗੋਬਿੰਦ ਦਾਸ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਹੋਇਆ। ਤੇ ਫਿਰ ਇਸ ਤਰ੍ਹਾਂ ਜਦੋਂ ਖੜੋਤੇ ਨਾ, ਮੈਨੂੰ ਐਂ ਦਿਸਦਾ ਹੈ ਕਿ ਜਿਵੇਂ ਅੱਜ ਵੀ ਨਾ ਸਾਹਿਬ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਵਿੱਚ ਖੜੋਤੇ ਹੋਏ ਹੋਣ ਤੇ ਨਾਲ ਦਇਆ ਸਿੰਘ, ਧਰਮ ਸਿੰਘ, ਸਾਹਿਬ ਸਿੰਘ, ਮੋਹਕਮ ਸਿੰਘ ਖੜੋਤੇ ਹੋਏ ਹੋਣ ਤੇ ਸਾਹਮਣੇ ਨਾ ਹੈ ਤੁਹਾਡੇ ਵਿੱਚ ਭਾਈ ਨੰਦ ਲਾਲ ਬੈਠਾ ਹੋਵੇ। ਵਾਹ ਵਾਹ, ਸਤਿਗੁਰਾਂ ਦਾ ਪਿਆਰਾ ਸਿੱਖ, प्यारा शायर, वो वेखदा पिया है ते वेखिया जो कुछ ना उन्होंने प्यार दे नाल लिख दिता। कहते ने सर पाशवत पासरशवत दर राहे मुहब्बत गोएम वा लेकिन सारो पा रा नाशना सेम। की आखिया भला फारसी में शब्द ने, लफ्ज ने उन्होंने कहते ने सर पाशुदा पा सरशुदा। अज मैं देख रहा कि सिर पैर हो गए, पैर सिर बन गया, सिर पैर हो गए, पैर सिर हो गया। दर राहे मुहब्बत, इस प्यार दे मार्ग ते चलदियां होया कहंदे ने गोएम मैं आखदा हाँ वा लेकिन पर जे कोई मैनू पूछे ना नंद लाला तू कहंदा है अज सिर पैर हो गया है, पैर सिर हो गए ने, गुरु सिख हो गया है, सिख गुरु हो गया है। हैं सानू दस तां सही इन्हां विच गुरु कौन है, इन्हां विच सिख कौन है? ते कहंदे ने वा लेकिन सारो पा रा नाशना सेम। मैं पछाण नहीं कर सकता कि अज इन्हां विच गुरु गोबिंद सिंह कौन है ते गुरु गोबिंद सिंह दे सिंह किहड़े ने। मैं फर्क नहीं दस सकता तो मैं समझदा हाँ, यकीनन मैं समझदा हाँ कुछ गल्लां ना ट्रेडिशनल जिहियां जिहड़ियां साडे विच आ गईयां ने, सानू थोड़ा जिहा ना वधेरे गंभीरता नाल विचार के उन्हां नूं अगे तोरना चाहिए ते समझना चाहिए। कुछ मिनट्स बाकी रह गए, मैं तुहाडे नाल अगली गल साझी करनी चाहुंदा। सतगुरां ने जिहड़ा ये करतब कीता, अपने सिखां दे गल विच शस्त्र पा दिता, जिहड़े शब्द दे धारनी सन उन्हां दे गल विच शस्त्र पा दिता। तुसीं देखिआ कुछ सिंह सानूं अजे भी मिल जाणगे जिन्हां ने एक गात्रा इस पासे नूं पाया, एक गात्रा इस पासे नूं पाया है। दर्शन कीते तुसीं कदी? इस गात्रे दे विच उन्होंने गुटका पाया होया है ते इस गात्रे दे विच उन्होंने श्री साहिब पाई हुई है, कृपान पाई हुई है। डॉक्टर इकबाल ने इस भेत नूं समझिया ते डॉक्टर इकबाल आखदा है, कहंदा यारो तुसीं कदी ध्यान नाल विचारी गल कि सतगुरु गुरु नानक साहब ते गुरु गोबिंद सिंह जी दे ये सब कुछ करन दा नतीजा की निकलिया? कदी विचारी तुसां ने गल? तुसीं होला महला मनाउण वास्ते आए हो
ਤੁਹਾਨੂੰ ਪਤਾ ਹੈ ਕਿ ਹੋਲੇ ਮਹੱਲੇ ਤੇ ਸ਼ਸਤਰਾਂ ਦੇ ਕਰਤੱਵ ਕੀਤੇ ਜਾਂਦੇ ਨੇ, ਅਭਿਆਸ ਕੀਤਾ ਜਾਂਦਾ ਹੈ, ਉਹਨਾਂ ਅਭਿਆਸਾਂ ਦਾ ਤਜਰਬਾ ਫਿਰ ਕੀਤਾ ਜਾਂਦਾ ਹੈ। ਕੋਈ ਕਿੱਥੇ ਪਹੁੰਚਿਆ, ਕਿੰਨਾ ਕੁ ਅਭਿਆਸੀ ਹੋਇਆ, ਕਿੰਨਾ ਕੁ ਸ਼ਸਤਰ ਚਲਾਉਣ ਜੋਗਾ ਹੈ, ਕਿੰਨੇ ਪੈਂਤੜੇਬਾਜ਼ ਹੋਇਆ ਹੈ। ਕਹਿੰਦੇ ਤੁਸੀਂ ਨੇ ਅਗਲੀ ਗੱਲ ਸੋਚੀ ਕਿ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਸ ਮਾਰਗ ਤੇ ਪਾਇਆ, ਸ਼ਸਤਰ ਤੇ ਸ਼ਬਦ ਦਾ ਧਾਰਨੀ ਬਣਾਇਆ। ਇਹਦਾ ਲਾਭ ਸਾਨੂੰ ਕੀ ਹੋਇਆ, ਇਹਦਾ ਲਾਭ ਪੰਜਾਬ ਨੂੰ ਕੀ ਹੋਇਆ, ਇਹਦਾ ਲਾਭ ਸਿੱਖਾਂ ਨੂੰ ਕੀ ਹੋਇਆ, ਇਹਦਾ ਲਾਭ ਮਨੁੱਖਤਾ ਨੂੰ ਕੀ ਹੋਇਆ, ਇਹਦਾ ਲਾਭ ਹਿੰਦੁਸਤਾਨ ਨੂੰ ਕੀ ਹੋਇਆ, ਕਦੀ ਸੋਚਿਆ? ਡਾਕਟਰ ਇਕਬਾਲ ਬੜਾ ਦਾਨਸ਼ਵਰ ਪੁਰਸ਼ ਸੀ, ਜਿਸ ਨੇ ਜਿਨਾਹ ਤੋਂ ਵੀ ਪਹਿਲਾਂ, ਹੁਣ ਵਿਦਵਾਨ ਸੀ ਨਾ, ਵਿਦਵਾਨ ਜਿਵੇਂ ਵਿਦਵਤਾ ਦੀ ਗੱਲ ਕਰਦੇ ਨੇ, ਉਹਨਾਂ ਦੀ ਜਿਹੜਾ ਨਜ਼ਰੀਆ ਹੈ ਆਮ ਨਾਲੋਂ ਵਧੇਰੇ ਦੂਰ ਤਾਂ ਹੁੰਦਾ ਹੈ, ਜਿਹਨੂੰ ਦੂਰ ਅੰਦੇਸ਼ ਆਖਿਆ ਜਾਂਦਾ ਹੈ। ਦੂਰ ਅੰਦੇਸ਼ਾਂ ਡਾਕਟਰ ਇਕਬਾਲ ਸੀ ਜਿਹਨੇ ਟੇਬਲ ਤੋਂ ਸਭ ਤੋਂ ਪਹਿਲਾਂ ਪਾਕਿਸਤਾਨ ਦਾ ਨਕਸ਼ਾ ਲਿਆਂਦਾ ਸੀ। ਡਾਕਟਰ ਇਕਬਾਲ ਸੀ 1931 ਵਿੱਚ, 1947 ਵਿੱਚ ਜਾ ਕੇ ਪਾਕਿਸਤਾਨ ਬਣਿਆ, ਸਾਰਾ ਕੁਝ ਹੋਇਆ। ਚਲੋ ਜੋ ਮੈਂ ਕਹਿਣ ਜਾ ਰਿਹਾ ਸੀ, ਪ੍ਰਿੰਸੀਪਲ ਸਾਹਿਬ ਤੁਹਾਡੇ ਜ਼ਰੂਰ ਧਿਆਨ ਵਿੱਚ ਇਹ ਗੱਲ ਆਈ ਹੋਵੇਗੀ, ਜਾਵੇਦ ਇਕਬਾਲ ਦੇ ਵਿੱਚ ਉਹ ਲਿਖਦੇ ਨੇ, ਫਾਰਸੀ ਦੀ ਪੁਸਤਕ ਹੈ ਇੱਕ, ਕਹਿੰਦੇ ਨੇ ਖਾਲਸਾ ਸ਼ਮਸ਼ੇਰ ਔ ਕੁਰਾਨ ਰਾ ਬਾਬੁਰਦ, ਖਾਲਸਾ ਸ਼ਮਸ਼ੇਰ ਔ ਕੁਰਾਨ ਰਾ ਬਾਬੁਰਦ, ਅੰਦਰਾਂ ਕਿਸ਼ਵਰ ਮੁਸਲਮਾਨੀ ਬਾਮੁਰਦ। ਉਹਨਾਂ ਦਾ ਇੱਕ ਨਾ ਪਿਆਰ ਕਰਨ ਵਾਲਾ, ਜਿਸ ਨੇ ਫਾਰਸੀ ਦੀਆਂ ਇਹਨਾਂ ਦੋ ਲਾਈਨਾਂ ਦਾ ਨਾ ਅਰਥ ਆਪਣੀ ਥੋੜੇ ਜਿਹੇ ਸੁਖੈਨ ਭਾਸ਼ਾ ਦੇ ਵਿੱਚ, ਉਰਦੂ ਕਹਿ ਲਈਏ, ਉਰਦੂ ਵਿੱਚ ਕੀਤਾ। ਤੇ ਉਹ ਕਹਿੰਦਾ ਹੈ ਖਾਲਸਾ ਸ਼ਮਸ਼ੇਰ ਔ ਕੁਰਾਨ ਲੈ ਗਿਆ, ਹੱਕ ਤੋਂ ਇਹ ਕਿ ਜਾਨ ਮੁਸਲਮਾਨ ਲੈ ਗਿਆ। ਗੱਲ ਸਪਸ਼ਟ ਹੋ ਗਈ? ਥੋੜੀ ਜਿਹੀ ਟਿਕੇ ਹੋ ਜੇ, ਸਮਝੇ, ਆਪਾਂ ਸਮਝੀਏ, ਸਾਰੇ ਵਿਚਾਰੀਏ ਆਪਾਂ। ਕਹਿੰਦਾ ਹੈ ਖਾਲਸਾ ਸ਼ਮਸ਼ੇਰ ਔ ਕੁਰਾਨ ਰਾ ਬਾਬੁਰਦ, ਖਾਲਸਾ ਸ਼ਮਸ਼ੇਰ ਵੀ ਲੈ ਗਿਆ ਤੇ ਕੁਰਾਨ ਵੀ ਲੈ ਗਿਆ। ਐਵੇਂ ਸੌਖੇ ਸ਼ਬਦਾਂ 'ਚ ਕਿਹਾ ਜਾਂਦਾ ਹੈ, ਸ਼ਸਤਰ ਨੂੰ ਆਖਿਆ ਗਿਆ ਸ਼ਮਸ਼ੇਰ। ਸ਼ਮਸ਼ੀਰ ਵੀ ਅਸੀਂ ਬੋਲ ਲੈਂਦੇ ਹਾਂ, ਲੇਕਿਨ ਸ਼ੁੱਧ ਜਿਹੜਾ ਉਚਾਰਨ, ਸਹੀ ਉਚਾਰਨ ਹੈ ਉਹ ਸ਼ਮਸ਼ੇਰ ਹੈ। ਜਿੱਥੋਂ ਨਾ ਅਸੀਂ ਇਹ ਗੱਲ ਨੂੰ ਸੌਖੇ ਸਮਝ ਸਕਦੇ ਹਾਂ, ਸਾਡੇ ਘਰਾਂ ਦੇ ਵਿੱਚ ਕੁਝ ਸਿੰਘਾਂ ਦਾ ਨਾਮ ਸ਼ਮਸ਼ੇਰ ਸਿੰਘ ਹੋ ਸਕਦਾ ਹੈ। ਤੁਸੀਂ ਨੇ ਸੁਣਿਆ ਗਿਣਿਆ ਹੋਵੇਗਾ, ਕਿਸੇ ਦਾ ਨਾਮ ਸ਼ਮਸ਼ੀਰ ਸਿੰਘ ਨਹੀਂ ਹੁੰਦਾ, ਸ਼ਮਸ਼ੇਰ ਸਿੰਘ। ਲੇਕਿਨ ਜਦੋਂ ਲਿਖਾ ਪੜ੍ਹੀ ਵਿੱਚ ਆਉਂਦਾ ਨਾ, ਜ਼ੇਰ ਪਾਈ ਜਾਂਦੀ ਹੈ, ਤੇ ਕੁਝ ਜ਼ੇਰ ਦੇ ਨਾਲ, ਜ਼ੇਰ ਦਾ ਨਾਲ ਉਚਾਰਨ ਕਰਦੇ ਨੇ, ਯੇ ਦੇ ਨਾਲ, ਕੁਝ ਯੇ ਦੇ ਨਾਲ ਜ਼ੇਰ ਦਾ ਉਚਾਰਨ ਨਹੀਂ ਕਰਦੇ। ਜਿਹੜੇ ਕਰ ਲੈਂਦੇ ਨੇ ਉਹ ਸ਼ਮਸ਼ੀਰ ਪੜ੍ਹਦੇ ਨੇ, ਜਿਹੜੇ ਨਹੀਂ ਕਰਦੇ ਉਹ ਸ਼ਮਸ਼ੇਰ ਪੜ੍ਹਦੇ ਨੇ। ਪਰ ਸ਼ੁੱਧ ਉਚਾਰਨ ਜਿਹੜਾ ਫਾਰਸੀ ਦਾ, ਸ਼ਮਸ਼ੇਰ। ਦੂਸਰਾ ਸ਼ਬਦ ਉਸਨੇ ਆਖਿਆ, ਖਾਲਸਾ ਜਿਹੜਾ ਸੀ ਉਹ ਸ਼ਮਸ਼ੇਰ ਵੀ ਲੈ ਗਿਆ, ਖਾਲਸਾ ਜਿਹੜਾ ਸੀ ਉਹ ਕੁਰਾਨ ਵੀ ਲੈ ਗਿਆ। ਹੁਣ ਜਦੋਂ ਅਸੀਂ ਅਰਥ ਕਰਦੇ ਹਾਂ ਖਾਲਸਾ ਕੁਰਾਨ ਲੈ ਗਿਆ, ਤੇ ਸ਼ਾਇਦ ਮੁੱਢਲੇ ਦੇ ਤੌਰ ਤੇ ਸਾਨੂੰ ਇਉਂ ਲੱਗੇ ਬਈ ਖਾਲਸੇ ਨੇ ਮੁਸਲਮਾਨਾਂ ਦੇ ਕੋਲੋਂ ਕੁਰਾਨ ਖੋਹ ਲਿਆ। ਗੱਲ ਇਹ ਨਹੀਂ ਹੈ। ਇਸ ਗੱਲ ਨੂੰ ਇਉਂ ਸਮਝਿਆ ਜਾ ਸਕਦਾ ਹੈ, ਯੂਰਪ ਵਿੱਚ ਰਹਿੰਦਿਆਂ ਹੋਇਆਂ ਜਾਂ ਅਮਰੀਕਾ ਕੈਨੇਡਾ ਵਿੱਚ ਜਾਂਦਿਆਂ ਆਉਂਦਿਆਂ ਕਈ ਵਾਰ ਨਾ ਮੈਨੂੰ ਗੋਰਿਆਂ ਦੇ, ਸਿਆਣਿਆਂ ਦੇ, ਨਿਆਣਿਆਂ ਦੇ ਗਰੁੱਪਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਬਣਿਆ। ਉਹਨਾਂ ਨੂੰ ਜਿਸ ਵੇਲੇ ਨਾ ਇੰਟਰੋਡਿਊਸ ਕਰਵਾਇਆ ਜਾਂਦਾ ਹੈ ਨਾ ਗੁਰੂ ਘਰ ਦੀ ਮਰਿਆਦਾ ਦੇ ਨਾਲ, ਤੇ ਹੋਰ ਸਾਰਾ ਕੁਝ ਜੋ ਕੁਝ ਹੋ ਰਿਹਾ ਹੁੰਦਾ ਹੈ, ਤੇ ਉਹਨੂੰ ਅਸੀਂ ਦੱਸਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਨਾ ਹੱਥ ਕਰਕੇ ਪਿਆਰ ਨਾਲ ਆਖੀਦਾ ਹੈ, ਸਤਿਕਾਰ ਨਾਲ, ਇਹ ਸਾਡੀ ਹੋਲੀ ਬਾਈਬਲ ਹੈ। ਇਉਂ ਕਿਉਂ ਆਖਿਆ ਜਾਂਦਾ ਹੈ ਸਾਡੀ ਹੋਲੀ ਬਾਈਬਲ ਹੈ? ਕਿਉਂਕਿ ਉਹ ਕ੍ਰਿਸਚੀਅਨ ਨੇ। ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਜਿਹੜਾ ਮੁਕਾਮ, ਜਿਹੜਾ ਸਥਾਨ, ਜਿਹੜਾ ਅਦਬ ਉਹਨਾਂ ਦੀ ਹੋਲੀ ਬਾਈਬਲ ਦਾ ਹੈ, ਪਵਿੱਤਰ ਬਾਈਬਲ ਦਾ ਹੈ, ਸਿੱਖ ਦ੍ਰਿਸ਼ਟੀ ਦੇ ਵਿੱਚ, ਸਿੱਖੀ ਮੰਡਲ ਦੇ ਵਿੱਚ ਉਹ ਸਤਿਕਾਰ
महाराज श्री गुरु ग्रंथ साहिब का। ऐं उन्होंने गल समझाई जा रही है। गल इत्थे नहीं मुकदी। मैं कुवैत गया मिडल ईस्ट विच, उत्थे गया होया मैं देखिया कि कुछ मुसलमानों का ग्रुप कुवैत गुरुद्वारा साहब दे विच आया, तो जिहड़े सियाणे सज्जन सन ना वो उन्होंने समझाउंदियां होइयां कहन लगे भी साडा ये गुरु ग्रंथ साहिब है वो फिर उत्थे ना अरबी विच बोल रहे सन, जिहड़ा फिर मैनू भी उन्होंने दस्सिया समझाया, मैं सुनिया भी कोल बैठ के। कहते ने ये साडा गुरु ग्रंथ साहिब है, इउं समझो जिवें तुहाडा होली कुरान है, उवें साडा गुरु ग्रंथ साहिब है। इस गल नूं अगे तोरन तो पहला मैं ये भी नुकता स्पष्ट कर लेना चाहता हूँ, दुनिया के जितने धर्म ने अपने धर्म ग्रंथ के आसरे ते चलते हैं, लेकिन सिखां दे धर्म तो बिना किसी भी धर्म का धर्म ग्रंथ इतना सत्कारयोग नहीं है जिन्ना सिखां दे अंदर उन्हां दे धर्म ग्रंथ का अदब है। असी सिर्फ केवल सिख गुरु के गुरु ग्रंथ साहिब जी नूं केवल धर्म ग्रंथ ही नहीं मानते, असी आखते हैं जुगो जुग अटल हाजरा हजूर ज़ाहरा ज़हूर छत्र चबर तखत दे मालक श्री गुरु ग्रंथ साहिब जी। यह फर्क है, यह फर्क है। धन्यवाद। डॉक्टर इकबाल की गल ना मैं संखेप करदे तुहाडे नाल साझी करदे हां, गल विचे रह ना जावे। वो कहता है खालसा शमशेर और कुरान राह बाबुर्द। गुरु नानक साहब सच्चे पातशाह जी ने सिखां दी झोली विच शब्द पाया, शब्द का विकास होया, गुरु ग्रंथ साहिब जी के रूप दे विच सामने आया। और नौवें पातशाह जी की बाणी शामिल की, किन्हां ने शामिल की सी? दसम पातशाह महाराज ने मुकम्मल कर दिता ना, शब्द मुकम्मल कर दिता। कहते ने शब्द भी मुकम्मल कर दिता ते नाल शमशेर सिखां दे गातरे पा दिती। वो कहता है मुसलमानी विच भी इवें होया सी, मुसलमानों विच 72 नालों वध फिरके होया करते सन, सारे एक दूजे नाल लड़िया भिड़िया करते सन। पर मुहम्मद साहब ने की कीता कि सारियां नूं कुरान दी एक शरह ते तोड़ दिता। भावें कोई किसी भी कबीले नाल संबंध रखने वाला सी, सारे एक शरह ते चलन वाले हो गए। कहते ने उन्हां सारे एक शरह ते चलन वालियां दे हथ विच ना मुहम्मद साहब ने तलवार दे दी। नतीजा ये होया, वेखदियां 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 मुहम्मद साहब की हयाती विच ही थोड़े समय दे विच ही विद इन फ्यू ईयर्स जिहड़ी मुसलमानी सी वो कई मुल्कां दे विच छा गई। कहता इस गल नूं ना गुरु नानक गुरु गोबिंद सिंह जी ने चंगी तरह समझिया, अच्छी तरह समझिया। कहते ने पहला सिखां नूं शब्द दे नाल परपक्क कीता, सिੱਖੀ विच शब्द नाल परपक्क कीता है। ते जिस वेले शब्द नाल सिख परपक्क हो गए ने, हाँ जी, हम मणे अरपी हम ताने अरपी वाली अवस्था से पहुँच गए हैं, जिहड़े धर्म दे वास्ते अपने गुरु दे आखण ते अपना सीस भेंट करने वास्ते तैयार ने, फिर गुरु गोबिंद सिंह उन्होंने अपने सीने नाल ला के ना फिर उन्होंने गातरे शस्त्र पा के आखते हैं ये मेरे 5 प्यारे ने, फिर आखते हैं। और इन्हां विच ते मेरे विच अंतर कोई नहीं है, इन्हां विच मेरे विच अंतर कोई नहीं है। कहते नतीजा पता की होया, जिस वेले सिख शब्द का मालक बन गया, जिस वेले सिख शस्त्र का मालक बन गया, कहते ने इन्हां ने अफगानिस्तान तो आने वाले ईरान तो आने वाले सारे धाड़वी जड़े सन ना उन्होंने रोक के दर रख दिता। दीने हजाज का ये बेबाक बेड़ा न सेहू पे ठहरा न गंगा पे ठहरा, कि ये पार दिसने थे सातों समुंदर वो अटका दहाने गंगा के आकर। वहां इत्थे आके वो जड़ा बेड़ा उतों तुरया होया सी, मक्के तो तुरया होया सी मुसलमानी का बेड़ा, वो सिखां ने ढक दिता, सिखां ने रोक दिता। बेड़ा ही नहीं रोकिया, बेड़े का रुख मोड़ के रख दिता। ये कदे नाल होया? शब्द अते शस्त्र की बरकत दे नाल।
ਸ਼ਬਦ ਅਤੇ ਸ਼ਸਤਰ ਦੇ ਸੁਮੇਲ ਦੇ ਨਾਲ ਮੈਂ ਸਮਾਪਤੀ ਕਰਨ ਤੋਂ ਪਹਿਲਾਂ ਨਿਮਰਤਾ ਸਹਿਤ ਬੇਨਤੀ ਕਰਾਂਗਾ, ਜਿਤਨੇ ਵੀ ਤੁਸੀਂ ਭੈਣਾਂ ਭਾਈ ਆਏ ਹੋ, ਤੁਸੀਂ ਸਾਰਿਆਂ ਨੇ ਅੰਮ੍ਰਿਤਪਾਨ ਕੀਤਾ ਹੋਇਆ? ਮੈਨੂੰ ਬੋਲ ਕੇ ਨਾ ਦੱਸਿਓ ਜੀ, ਮੈਨੂੰ ਹੱਥ ਖੜਾ ਕਰਵਾਉਣ ਦੀ ਲੋੜ ਨਹੀਂ ਹੈ। ਅਸੀਂ ਖੁਦ ਬਖੁਦ ਆਪਣੀ ਜੀਵਨ ਦੇ ਬਾਬਤ ਆਪ ਜਾਣਦੇ ਹਾਂ ਕਿ ਸਾਨੂੰ ਸਾਰਿਆਂ ਨੂੰ, ਜੇ ਅਸੀਂ ਸ਼ਬਦ ਦੇ ਲੜ ਲੱਗੇ ਹਾਂ, ਸ਼ਬਦ ਨੂੰ ਮੱਥਾ ਟੇਕਦੇ ਹਾਂ, ਸ਼ਬਦ ਦੇ ਦੁਆਲੇ ਬੈਠਦੇ ਹਾਂ, ਸ਼ਬਦ ਤੋਂ ਆਪਾਂ ਆਪ ਵਾਰਦੇ ਹਾਂ, ਤੇ ਇਸ ਤਖਤ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਕੌਤਕ ਵਰਤਾਇਆ ਸੀ, ਫਿਰ ਉਸ ਕੌਤਕ ਨੂੰ ਮੰਨਦੇ ਹਾਂ ਕਿ ਨਹੀਂ ਮੰਨਦੇ? ਮੈਂ ਇੱਕ ਵਾਕ ਆਖਿਆ ਸੀ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਅੰਮ੍ਰਿਤ ਤਿਆਰ ਕਰਨ ਵਾਲੇ ਨੇ। ਪਹਿਲਾਂ ਖੰਡੇ ਦੀ ਪੌੜ ਕਿਸਨੇ ਤਿਆਰ ਕੀਤੀ? ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਹੁਣ ਜਿਨ੍ਹਾਂ ਨੇ ਆਪ ਖੰਡੇ ਦੀ ਪੌੜ ਤਿਆਰ ਕੀਤੀ, ਉਹਨੂੰ ਖੰਡੇ ਦੀ ਪੌੜ ਲੈਣ ਦੀ ਲੋੜ ਹੈਗੀ ਹੈ? ਤੇ ਕਿਉਂ ਲੋੜ ਹੈ? ਔਰ ਮੈਂ ਸ਼ਬਦ ਵਰਤਿਆ ਸੀ, ਮਰਿਆਦਾ ਕੀਤੀ ਗੁਰੂ ਪਾਤਸ਼ਾਹ ਜੀ ਨੇ। ਮਰਿਆਦਾ, ਸਾਨੂੰ ਮਰਿਆਦਾ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ? ਹਾਂਜੀ, ਮੈਂ ਹੱਥ ਜੋੜ ਕੇ ਨਿਮਰਤਾ ਨਾਲ ਆਖਾਂਗਾ, ਆਪਣੀਆਂ ਭੈਣਾਂ ਨੂੰ ਵੀ ਆਖਾਂਗਾ, ਬੱਚੀਆਂ ਧੀਆਂ ਨੂੰ ਵੀ ਆਖਾਂਗਾ, ਆਪਣੇ ਪੁੱਤਰਾਂ ਨੂੰ ਵੀ ਆਖਾਂਗਾ, ਆਪਣੇ ਭਰਾਵਾਂ ਨੂੰ ਵੀ ਆਖਾਂਗਾ, ਇਹ ਕਿਸੇ ਨਹੀਂ ਕਿਤੇ ਮੌਜ ਹੈ ਸਾਡੇ ਧਰਮ ਦੇ ਵਿੱਚ। ਕਿਸੇ ਵੀ ਉਮਰ ਦੇ ਵਿੱਚ, ਕਿਸੇ ਵੀ ਏਜ ਵਿੱਚ ਆ ਜਾਓ, ਸਮਰਪਿਤ ਹੋ ਜਾਓ। ਜਦੋਂ ਆ ਜਾਓਗੇ, ਸਮਰਪਿਤ ਹੋ ਜਾਓਗੇ, ਆਖੋਗੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗਾ ਮੇਰਾ। ਤੇ ਸਤਿਗੁਰੂ ਮਹਾਰਾਜ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਸਿੱਖਾ ਜੇ ਤੂੰ ਇਹ ਸਮਝਦਾ ਕਿ ਮੇਰੇ ਤੋਂ ਬਿਨਾਂ ਤੇਰਾ ਕੋਈ ਨਹੀਂ, ਤੇ ਤੂੰ ਕਦੀ ਸੋਚਿਆ? ਅਸੀਂ ਤਾਂ ਵਾਅਦਾ ਕਰ ਬੈਠੇ ਹਾਂ ਕਿ ਮੋਹ ਗ੍ਰਹਿ ਮੈਂ ਸਿਰ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ ਧਨ ਹੈ ਸਭ ਹੀ ਨਹੀਂ ਕੋ। ਤੁਹਾਡੇ ਤੋਂ ਬਿਨਾਂ ਯਾਰ ਮੇਰਾ ਕੌਣ ਹੈ? ਵਾਹਿਗੁਰੂ, ਮੈਂ ਯਾਰ ਸ਼ਬਦ ਵਰਤਿਆ ਹੈ ਨਾ। ਗੁਰੂ का प्यारा, गुरु का यार है। प्यार करने वाले ने गुरु भी उसका यार है। जे सिख समझदा भी गुरु तो बिना मेरा होर कोई नहीं, तो सतगुरु महाराज नहीं आखदे यार तुहाडे तो बिना फिर मेरा होर कौन है। इन पुत्रन के शीश पर वार दिए सुत चार हैं, फिर विथ लेनी चाहिए है। मैं व्याख्या करदा ना खिलारा मेरे को पै जाता, तुहानूं पता मेरे सुभाअ दा। बस मैं हथ जोड़ के आखदा, ਜਿਹੜੇ ਆਏ ਹੋ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਇੱਥੋਂ ਅੰਮ੍ਰਿਤ ਛਕ ਕੇ ਜਾਇਆ ਜੇ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਨੇ, ਇੱਥੋਂ ਅੰਮ੍ਰਿਤ ਛਕ ਕੇ ਜਾਇਆ ਜੇ। ਫਿਰ ਤਾਂ ਮੈਂ ਸਮਝਾਂਗਾ ਤੁਹਾਡਾ ਹੋਲੇ ਮਹੱਲੇ ਤੇ ਆਇਆ ਹੋਇਆ ਸਕਾਰਥਾ ਹੈ, ਸਹੀ ਲਫ਼ਜ਼ਾਂ ਵਿੱਚ ਫਿਰ ਸਕਾਰਥਾ ਹੈ। ਔਰ ਫਿਰ ਜਿਹੜੇ ਬਚਨ ਮੈਂ ਪਹਿਲਾਂ ਆਰੰਭ ਦੇ ਵਿੱਚ ਬੋਲੇ ਸਨ, ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ, ਆਪਾਂ ਸਾਰੇ ਜਣੇ ਬੋਲੀਏ। मैं कहांगा फिर सार्थक भी वो होंगे ने। अदरवाइज जोड़े कपड़ियां नूं रंग पाउणा, रंग लाउणा, रंगदार होना या कुछ होना, सारा कुछ भावें किसी न किसी रूप च किसी नूं चंगा लगदा होवेगा, पर गुरु नानक नूं वो चंगा नहीं लगा। ये तन माया पाया प्यारे लीतरा लब रंगाए, मेरे कंत ना भावै चोलड़ा प्यारे। पाउंदा है नो, मेरा कंत ना भावै चोलड़ा प्यारे, क्यों धन सेजा जाए। ਅਸੀਂ ਤਾਂ ਨਾ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਹਾਂ ਕੁਰਬਾਨਾ ਜਾਓ ਮਿਹਰਬਾਨਾ, ਬੋਲੋ ਸਾਰੇ, ਹਾਂ ਕੁਰਬਾਨਾ ਜਾਓ ਮਿਹਰਬਾਨਾ, ਹਾਂ ਕੁਰਬਾਨਾ ਜਾਓ, ਹਾਂ ਕੁਰਬਾਨਾ ਜਾਓ ਤਿਨਾਂ ਕਹਿ ਕਿਨਾਂ ਤੋਂ ਭਲਾ। ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ। तगड़े होके सारे भैन भाई तगड़े होके एक बार होर बोलो, फिर समाप्ति करिए आपां। लैन जो तेरा नाम, लैन जो तेरा नाम, लैन जो तेरा। लैन जो तेरा नाम तिना कह हम सतगुरु बन जाओ,
ਸਾਧ ਕੁਰਬਾਨ ਜਾਉ ਹਾਂ ਸਾਧ ਹਾਂ ਸਾਧ ਕੁਰਬਾਨ ਜਾਉ ਹਾਂ ਸਾਧ ਕੁਰਬਾਨ ਜਾਉ ਹਾਂ ਸਾਧ ਕੁਰਬਾਨ। ਵਾਹ ਲੈਣ ਜੋ ਤੇਰਾ ਨਾਮ ਦੇ ਅਰਥ ਕੀ ਨੇ ਭਲਾ? ਤੁਸੀਂ ਵਿਚਾਰਿਓ ਜੇ ਸਾਰੇ, ਅਰਥ ਕਰਿਓ ਜੇ ਸਾਰੇ। ਅਸੀਂ ਨਾਮ ਨਹੀਂ ਲੈਂਦੇ, ਨਾਮ ਨਹੀਂ ਸੁਣਦੇ ਕਿ ਗੁਰੂ ਸਾਹਿਬ ਕੁਛ ਹੋਰ ਆਖਦੇ ਪਏ ਨੇ। ਉਹ ਜਿਹੜਾ ਹੋਰ ਆਖਦੇ ਪਏ ਨੇ ਨਾ, ਮੈਂ ਉਧਰ ਧਿਆਨ ਦਿਵਾਇਆ ਤੁਹਾਡਾ। ਸ਼ਬਦ ਅਤੇ ਸ਼ਸਤਰ ਦੇ ਧਾਰ ਨਹੀਂ ਹੋਣਾ। ਇਹ ਅੱਜ ਦੇ ਦਿਨ ਦਾ, ਹੋਲੇ ਮਹੱਲੇ ਦਾ ਇਹ ਸੰਦੇਸ਼ ਹੈ। ਸਾਹਿਬ ਸੱਚੇ ਪਾਤਸ਼ਾਹ ਦਾ ਸੰਦੇਸ਼ ਨੂੰ ਪੱਲੇ ਬੰਨੀਏ ਔਰ ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ। ਆਏ ਹੋਏ ਸਾਰੇ ਜਿਹੜੇ ਅੰਮ੍ਰਿਤਧਾਰੀ, ਉਹ ਮੈਂ ਸਭਨਾਂ ਨੂੰ ਧੰਨਵਾਦ ਦਿੰਦਾ, ਸਾਰਿਆਂ ਦੀ ਸ਼ਲਾਘਾ ਕਰਦਾ। ਪਰ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਬੀਬੀਆਂ ਭੈਣਾਂ ਭਾਈਆਂ ਨੇ, ਉਹਨਾਂ ਨੂੰ ਮੈਂ ਹੱਥ ਜੋੜ ਕੇ ਆਖਾਂਗਾ, ਜਾਓ ਇੱਥੋਂ ਪੰਜ ਕਕਾਰੀ ਧਾਰਨੀ ਹੋ ਕੇ ਜਾਓ, ਖੰਡੇ ਦੀ ਪੌੜ ਪ੍ਰਾਪਤ ਕਰਕੇ ਜਾਓ, ਆਪਣੇ ਪਿੰਡ ਜਾਓਗੇ, ਘਰ ਜਾਓਗੇ ਤੇ ਦੱਸਣ ਦੀ ਲੋੜ ਨਹੀਂ, ਉਹਨਾਂ ਨੂੰ ਪਤਾ ਲੱਗੇਗਾ ਇਹ ਹੋਲੇ ਮਹੱਲੇ ਤੇ ਆਨੰਦਪੁਰੋਂ ਹੋ ਕੇ ਆਇਆ ਹੈ। ਮੈਂ ਇਹ ਚਾਹੁੰਦਾ, ਭੁੱਲਾਂ ਦੀ ਖਿਮਾ ਬਖਸ਼ਿਓ ਜੇ। ਪ੍ਰਬੰਧ ਦਾ ਮੈਂ ਫਿਰ ਹਾਰਦਿਕ ਤੌਰ ਤੇ ਧੰਨਵਾਦ ਕਰਦਾ ਆਪਣੇ ਵੀਰਾਂ ਭਾਈ ਸਾਹਿਬ ਗਿਆਨੀ ਸਰਬਜੀਤ ਸਿੰਘ ਜੀ, ਭਾਈ ਸਾਹਿਬ ਰਾਜਦੇਵ ਸਿੰਘ ਜੀ, ਸਾਰਿਆਂ ਦਾ ਧੰਨਵਾਦ ਕਰਦਾ। ਮਾਨਯੋਗ ਪ੍ਰਿੰਸੀਪਲ ਸਾਹਿਬ ਚਾਵਲਾ ਸਾਹਿਬ, ਜਿਨ੍ਹਾਂ ਨੇ ਸਬੱਬ ਬਣਾਇਆ, ਪ੍ਰਦੇਸ਼ ਬੈਠਿਆਂ ਨੂੰ ਯਾਦ ਕੀਤਾ ਤੇ ਸਮੇਂ ਦਾ ਜਿਹੜਾ ਸੀ ਨਾ ਇਸ ਪ੍ਰਕਾਰ ਦਾ ਸਾਰਾ ਕੁਝ ਬਣਾਇਆ। ਮੈਂ ਤੁਹਾਡੇ ਦਰਸ਼ਨ ਕਰ ਸਕਿਆ। ਸਵੇਰੇ ਮੈਂ ਅੰਮ੍ਰਿਤ ਵੇਲੇ ਜਾਣਾ ਹੋਵੇਗਾ ਦਿੱਲੀ ਫਰਦਰ ਬੰਗਲਾ ਸਾਹਿਬ, ਉੱਥੇ ਸੇਵਾ ਹੈਗੀ ਪਰਸੋਂ ਚੌਥੇ ਦੀ, ਉੱਥੇ ਸੇਵਾ ਕਰਾਂਗੇ। ਤੁਸੀਂ ਇੱਥੇ ਆਨੰਦ ਮਾਣਿਓ ਜੀ, ਮੇਰੀ ਹਾਜ਼ਰੀ ਪ੍ਰਵਾਨ ਕਰਿਓ ਜੀ, ਭੁੱਲਾਂ ਦੀ ਖਿਮਾ ਬਖਸ਼ਿਓ ਜੀ। ਮਾਨਯੋਗ ਪ੍ਰਿੰਸੀਪਲ ਸਾਹਿਬ ਦੇ ਕਈ ਵਰ੍ਹਿਆਂ ਬਾਅਦ ਦਰਸ਼ਨ ਹੋਏ ਤੇ ਮੈਨੂੰ ਬੈਠ ਕੇ ਪਹਿਲੀ ਵਾਰ ਸੁਣਨ ਦਾ ਲੰਬੇ ਸਮੇਂ ਬਾਅਦ ਮੌਕਾ ਬਣਿਆ। ਮੈਂ ਬਹੁਤ ਪ੍ਰਸੰਨ ਹੋਇਆ, ਮੈਨੂੰ ਬਹੁਤ ਲਾਭ ਹੋਇਆ। ਭੁੱਲਾਂ ਦੀ ਖਿਮਾ ਬਖਸ਼ਿਓ ਜੀ। ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰ ਸਰਦਾਰ ਅਮਰਜੀਤ ਸਿੰਘ ਐਡਵੋਕੇਟ ਸਾਹਿਬ ਬੈਠੇ ਨੇ, ਉਹ ਤੁਹਾਨੂੰ ਯਾਦ ਹੋਵੇਗਾ ਪ੍ਰੋਫੈਸਰ ਕਰਤਾਰ ਸਿੰਘ ਸਾਹਿਬ, ਜਿਨ੍ਹਾਂ ਨੇ ਇੱਥੇ ਗੁਰਮਤਿ ਸੰਗੀਤ ਅਕੈਡਮੀ ਜੋ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਥਾਪਿਤ ਕੀਤੀ ਗਈ ਹੈ, ਉਹਦੇ ਫਾਊਂਡਰ ਪ੍ਰੋਫੈਸਰ ਸਨ, ਸੰਗੀਤਕਾਰ ਸਨ, ਜਿਨ੍ਹਾਂ ਨੇ ਸਾਰਾ ਕੁਝ ਕੀਤਾ ਹੈ। ਔਰ 93 ਵਰ੍ਹੇ ਦੀ ਉਮਰ ਵਿੱਚ ਜਾ ਕੇ, 94 ਵਰ੍ਹੇ ਦੀ ਉਮਰ ਵਿੱਚ ਜਾ ਕੇ ਅੱਜ ਦੀ ਜਿਹੜੀ ਰਾਤ ਹੈ, ਹਰ ਹੋਲੇ ਮਹੱਲੇ ਤੇ ਜਦੋਂ ਬਾਕੀਆਂ ਦੇ ਸੌਣ ਦਾ ਟਾਈਮ ਹੁੰਦਾ ਸੀ ਤੇ ਮੈਂ ਕਹਿੰਦਾ ਸੀ 94 ਵਰ੍ਹਿਆਂ ਦਾ ਜਵਾਨ ਆ ਕੇ ਕੀਰਤਨ ਸ਼ੁਰੂ ਕਰਿਆ ਕਰਦਾ ਸੀ। ਸਾਡੇ ਵਿੱਚੋਂ ਚਲੇ ਗਏ ਨੇ। ਮੈਂ ਉਸ ਸਮੇਂ ਨਹੀਂ ਪਹੁੰਚ ਸਕਿਆ, ਹਾਲਾਤ ਨਾਰਮਲ ਨਹੀਂ ਸਨ ਤੇ ਮੈਨੂੰ ਇਹਨਾਂ ਦੇ ਦਰਸ਼ਨ ਹੋਏ। ਗੁਰੂ ਪਾਤਸ਼ਾਹ ਕਿਰਪਾ ਕਰਨ, ਉਹਨਾਂ ਦਾ ਜੀਵਨ ਸਫਲ ਕਰਨ, ਜੀਵਨ ਯਾਤਰਾ ਸਫਲ ਹੋਵੇ। ਇਹਨਾਂ ਸਭਨਾਂ ਨੂੰ, ਮੇਰੇ ਵੀਰਾਂ ਨੂੰ ਚੜ੍ਹਦੀ ਕਲਾ, ਸਾਨੂੰ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले